ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੂਰਨ ਭਗਤ ਕਥਾ ਜਿਹੜੀ ਉਹ ਪੜ੍ਹਨ ਜਾ ਰਹੇ ਹਾਂ, ਜੋ ਕਿ ਦੰਤ ਕਥਾ ਹੈ ਇੱਕ। ਔਰ ਇਸ ਕਥਾ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਦੰਤ ਕਥਾ ਦੇ ਅਰਥਾਂ ਨੂੰ ਸਮਝ ਲੈਂਦੇ ਹਾਂ। ਦੰਤ ਕਥਾ ਹੁੰਦੀ ਕੀ ਹੈ? ਦੰਤ ਕਥਾ ਦੋ ਸ਼ਬਦਾਂ ਦਾ ਸੁਮੇਲ ਹੁੰਦਾ ਹੈ, ਜਿਹਦੇ ਵਿੱਚ ਇਤਿਹਾਸ ਅਤੇ ਗਲਪ, ਠੀਕ ਹੈ, ਦੋ ਚੀਜ਼ਾਂ ਜਿਹੜੀਆਂ ਨੇ ਮੈਂ ਕਹਿ ਦਿੱਤਾ, ਦੋ ਜਿਹੜੀਆਂ ਗੱਲਾਂ ਨੇ ਉਹ ਆਉਂਦੀਆਂ ਨੇ, ਜਿਹਦੇ ਵਿੱਚ ਇਤਿਹਾਸ ਵੀ ਹੁੰਦਾ ਔਰ ਗਲਪ ਵੀ ਹੁੰਦਾ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਜਿਹੜਾ ਉਹ ਸਮਝ ਲੈਂਦੇ ਹਾਂ। ਸੋ ਦੰਤ ਕਥਾਵਾਂ ਲੋਕ ਕਥਾਵਾਂ ਸਾਹਿਤ ਦਾ ਬਹੁਤ ਰੋਚਕ ਅਤੇ ਵਿਚਿੱਤਰ ਜਿਹੜਾ ਉਹ ਰੂਪ ਨੇ, ਔਰ ਇੱਕ ਵੱਡਾ ਖਜ਼ਾਨਾ ਜਿਹੜਾ ਲੋਕ ਸਾਹਿਤ ਵਿੱਚ ਦੰਤ ਕਥਾਵਾਂ ਦਾ ਮਿਲਦਾ ਹੈ। ਦੰਤ ਕਥਾ ਵਿੱਚ ਇਤਿਹਾਸ ਹੁੰਦਾ ਹੈ, ਭਾਵ ਜਿਹਦੇ ਵਿੱਚ ਜਿਹੜੀਆਂ ਕਥਾ ਪੇਸ਼ ਕੀਤੀ ਹੁੰਦੀ ਹੈ ਉਹ ਇਤਿਹਾਸਿਕ ਹੁੰਦੀ ਹੈ। ਇਤਿਹਾਸ ਦਾ ਮਤਲਬ ਹੁੰਦਾ ਜਿਹਦੇ ਵਿੱਚ ਜਿਹੜੀ ਗੱਲ ਤੱਥਾਂ 'ਤੇ ਆਧਾਰਿਤ ਹੁੰਦੀ ਹੈ, ਸਬੂਤ ਹੁੰਦੀ ਹੈ, ਜਿਸ ਗੱਲ ਵਿੱਚ ਹਾਂ ਵੀ ਇਹ ਗੱਲ ਹੋਈ ਹੈ। ਮਤਲਬ ਕੋਈ ਵੀ ਜਿਹੜੀ ਕਥਾ ਹੈ ਦੰਤ ਕਥਾ, ਉਹ ਪਹਿਲਾਂ ਇੱਕ ਇਤਿਹਾਸ ਹੀ ਹੁੰਦੀ ਹੈ, ਪਰ ਹੌਲੀ ਹੌਲੀ ਲੋਕਾਂ ਦੇ ਮੂੰਹ ਤੁਰਦੀ ਉਹਦੇ ਵਿੱਚ ਮਿਥਿਆ ਗੱਲਾਂ ਜਿਹੜੀਆਂ ਨੇ ਜੁੜੀਆਂ ਜਾਂਦੀਆਂ ਨੇ, ਮਿਥਿਹਾਸ ਜੁੜ ਜਾਂਦਾ। ਇੱਕ ਹੁੰਦਾ ਇਤਿਹਾਸ, ਇੱਕ ਹੁੰਦਾ ਮਿਥਿਹਾਸ। ਇਤਿਹਾਸ ਹੁੰਦਾ ਜਿਹੜਾ ਪੂਰਾ ਦਰੁਸਤ ਹੈ, ਪੂਰਾ ਤੱਥਾਂ ਦੇ ਆਧਾਰਿਤ ਹੈ। ਮਿਥਿਹਾਸ ਹੁੰਦਾ ਜਿਹਦੇ ਵਿੱਚ ਮਿਥਿਆ ਜੁੜ ਜਾਂਦਾ ਹੈ, ਜਿਹਦੇ ਵਿੱਚ ਕੁਝ ਗੱਲਾਂ ਵਾਧੂ ਜੁੜ ਜਾਂਦੀਆਂ ਨੇ। ਹੌਲੀ ਹੌਲੀ ਇਹ ਗੱਲਾਂ ਜਿਹੜੀਆਂ ਸੁਣੀਆਂ ਸੁਣਾਈ ਕਹਾਣੀ ਦੇ ਤੌਰ 'ਤੇ ਲੋਕ ਇਹਦੇ ਵਿੱਚ ਵਾਧੇ ਘਾਟੇ ਕਰ ਲੈਂਦੇ ਨੇ, ਉਹਨੂੰ ਕਹਿੰਦੇ ਨੇ ਗਲਪ। ਗਲਪ ਦਾ ਅਰਥ ਹੁੰਦਾ ਹੈ ਵੈਸੇ ਗੱਪ ਤੋਂ ਲਿਆ ਜਾਂਦਾ, ਜਿਹੜਾ ਬਿਲਕੁਲ ਝੂਠ ਹੋਵੇ। ਸੋ ਇਤਿਹਾਸ ਵਿੱਚ ਕੁਝ ਹਿੱਸਾ ਇਹੋ ਜਿਹਾ ਰਲ ਜਾਂਦਾ ਜਿਹੜਾ ਬਿਲਕੁਲ ਝੂਠ ਹੁੰਦਾ ਹੈ। ਇੱਕ ਪਾਸੇ ਇਤਿਹਾਸ ਜੋ ਸੱਚੀ ਕਹਾਣੀ ਹੁੰਦੀ ਹੈ, ਪਰ ਉਹਦੇ ਵਿੱਚ ਲੋਕਾਂ ਦੁਆਰਾ ਜਿਹੜਾ ਆ ਮੂੰਹੋਂ ਮੂੰਹ ਜਦੋਂ ਕਹਾਣੀ ਤੁਰਦੀ ਹੈ ਤਾਂ ਲੋਕਾਂ ਦੁਆਰਾ ਉਹਦੇ ਵਿੱਚ ਕੁਛ ਜਿਹੜਾ ਆ ਹਿੱਸਾ ਆ ਉਹ ਝੂਠ ਰੜ ਜਾਂਦਾ ਹੈ, ਜੋ ਝੂਠਾ ਆ, ਜੋ ਗਲਪ ਹੈ। ਸੋ ਇਤਿਹਾਸ ਅਤੇ ਗਲਪ ਦਾ ਜਿਹੜਾ ਆ ਉਹ ਸੁਮੇਲ ਕਿਹਦੇ ਵਿੱਚ ਹੋਇਆ ਮਿਲਦਾ ਸਾਨੂੰ? ਦੰਤ ਕਥਾ ਦੇ ਵਿੱਚ। ਸੋ ਦੰਤ ਕਥਾਵਾਂ ਜਿਹੜੀਆਂ ਨੇ ਲੋਕ ਮਨ ਨੂੰ ਟੁੰਬਦੀਆਂ ਨੇ। ਹੌਲੀ ਹੌਲੀ ਇਹਦੇ ਉੱਤੇ ਗਲਪ ਦੀ ਚਾਸ਼ਨੀ ਜਦੋਂ ਚੜ੍ਹਦੀ ਹੈ ਅਤੇ ਇਹ ਕਥਾ ਸੁਣੀ ਸੁਣਾਈ ਹੋ ਜਾਂਦੀ ਹੈ ਅਤੇ ਇਹਦੇ ਵਿੱਚ ਵਾਧੇ ਘਾਟੇ ਹੋ ਜਾਂਦੇ ਨੇ। ਲੋਕ ਜਿਹੜੀ ਕਹਾਣੀ ਹੈ, ਮੂਲ ਜਿਹੜੀ ਕਹਾਣੀ, ਉਹਦੇ ਵਿੱਚ ਜੋੜ ਤੋੜ ਕਰਕੇ ਆਪਣੇ ਮਨਾਂ ਦੇ ਅਨੁਸਾਰ ਉਸ ਕਹਾਣੀ ਨੂੰ ਜਿਹੜਾ ਨਵਾਂ ਰੂਪ ਬਖਸ਼ਦੇ ਨੇ। ਸੋ ਇਹਦੇ ਵਿੱਚ ਇਸੇ ਕਰਕੇ ਇਹਦੇ ਵਿੱਚ ਲੋਕਾਂ ਦੇ ਭਾਵ, ਕਲਪਨਾ, ਵਿਸ਼ਵਾਸ, ਆਦਰਸ਼ਾਂ ਦਾ ਪ੍ਰਗਟਾਵਾ ਜਿਹੜਾ ਉਹ ਦੰਤ ਕਥਾ ਵਿੱਚ ਸਹਿਜ ਹੀ ਵੇਖਣ ਨੂੰ ਮਿਲਦਾ ਆ। ਜੇਕਰ ਦੰਤ ਕਥਾਵਾਂ ਦੀ ਗੱਲ ਕਰੀਏ ਤਾਂ ਬਹੁਤ ਪ੍ਰਕਾਰ ਦੀਆਂ ਦੰਤ ਕਥਾਵਾਂ ਨੇ, ਠੀਕ ਹੈ, ਜਿਹਦੇ ਵਿੱਚ ਪ੍ਰੀਤ ਕਹਾਣੀਆਂ ਆ ਜਾਂਦੀਆਂ ਨੇ, ਠੀਕ ਹੈ। ਉਸ ਤੋਂ ਇਲਾਵਾ ਜਿਹੜਾ ਜੋਗ ਮਤ ਦੇ ਨਾਲ ਸੰਬੰਧਿਤ ਜਿਹੜੀਆਂ ਨੇ, ਵੀਰ ਰਸ ਦੇ ਨਾਲ ਸੰਬੰਧਿਤ ਦੰਤ ਕਥਾਵਾਂ ਮਿਲਦੀਆਂ ਨੇ। ਔਰ ਕਈ ਜਿਹੜੀਆਂ ਨੇ ਬੜੀਆਂ ਹਰਮ ਪਿਆਰੀਆਂ ਨੇ, ਜਿਹਦੇ ਵਿੱਚ ਨਾਇਕ ਦੀ ਜੀਵਨ ਸ਼ਕਤੀ, ਜੀਵਨ ਪ੍ਰੇਮ ਆਦਿ ਜਿਹੜਾ ਆ ਉਹ ਸੰਜਮ, ਸਾਹਸ, ਅਣਖ, ਵੀਰਤਾ ਦੇਖਣ ਨੂੰ ਮਿਲਦਾ ਹੈ। ਇਹੋ ਜਿਹੀਆਂ ਦੰਤ ਕਥਾਵਾਂ ਵੀ ਹੈਗੀਆਂ ਨੇ। ਪਰ ਜਿਹੜਾ ਅਸੀਂ ਪੜ੍ਹਨਾ ਆ, ਠੀਕ ਹੈ, 11ਵੀਂ ਸ਼੍ਰੇਣੀ ਦੇ ਵਿੱਚ CBSE ਦੇ ਸਿਲੇਬਸ ਦੇ ਅਕੋਰਡਿੰਗ ਪੂਰਨ ਭਗਤ ਅਤੇ ਰਾਜਾ ਰਸਾਲੂ ਅਸੀਂ ਦੋ ਕਥਾਵਾਂ ਪੜ੍ਹਾਂਗੇ। ਸਭ ਤੋਂ ਪਹਿਲਾਂ ਅੱਜ ਅਸੀਂ ਪੂਰਨ ਭਗਤ ਦੀ ਕਥਾ ਜਿਹੜੀ ਉਹ ਪੜ੍ਹਾਂਗੇ। ਸੋ ਪੂਰਨ ਭਗਤ ਜਿਹੜਾ ਆ ਬੜਾ ਵੱਡਾ ਭਗਤ ਹੋਇਆ, ਔਰ ਜਿਸ ਦੇ ਬਾਰੇ ਪ੍ਰਸਿੱਧ ਕਿੱਸਾਕਾਰ ਕਾਦਰ ਯਾਰ ਨੇ ਵੀ ਕਿੱਸਾ ਲਿਖਿਆ ਆ। ਆਧੁਨਿਕ ਕਵੀ ਪ੍ਰੋਫੈਸਰ ਪੂਰਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਵਰਣਨਯੋਗ ਨੇ, ਜਿਨ੍ਹਾਂ ਨੇ ਇਸ ਕਥਾ ਦੇ ਉੱਪਰ ਕੰਮ ਕੀਤਾ ਹੈ। ਔਰ ਲੂਣਾ ਜਿਹੜੀ ਹੈ ਸ਼ਿਵ ਕੁਮਾਰ ਦੀ ਬੜੀ ਵਧੀਆ ਜਿਹੜੀ ਹੈ ਉਹ ਕਾਵਿਕ ਰਚਨਾ ਆ, ਜਿਸ ਨੂੰ ਉਸਨੇ ਅਵਾਰਡ ਵੀ ਮਿਲਿਆ ਹੋਇਆ ਆ। ਸੋ ਹਰ ਇੱਕ ਨੇ ਲੂਣਾ ਨੂੰ ਜਿਹੜਾ ਆ ਮਤਲਬ ਪੂਰਨ ਭਗਤ ਨੂੰ ਆਪਣੇ ਨਜ਼ਰੀਏ ਦੇ ਨਾਲ ਇਸ ਦੀ ਕਥਾ ਨੂੰ ਵੇਖਿਆ, ਔਰ ਅੱਜ ਜਿਹੜੀ ਹੈ ਬੜੀ ਹਰਮਨ ਪਿਆਰੀ ਕਥਾ ਬਣ ਚੁੱਕੀ ਹੈ। ਸੋ ਇਸ ਦੀ ਕਥਾ ਨੂੰ ਪੜ੍ਹਦੇ ਹਾਂ ਆਪਾਂ। ਸੋ ਸਿਆਲਕੋਟ ਦੇ ਵਿੱਚ ਜਿਹੜਾ ਇੱਕ ਰਾਜਾ ਸੀ, ਜਿਸ ਦਾ ਨਾਂ ਕੀ ਸੀ? ਸਲਵਾਨ ਸੀ। ਉਹਦੀਆਂ ਦੋ ਰਾਣੀਆਂ ਸੀ, ਇੱਕ ਸੀ ਇਸ਼ਰਾ, ਦੂਜੀ ਸੀ ਲੂਣਾ, ਠੀਕ ਹੈ। ਔਰ ਸਲਵਾਨ ਦੀ ਜਿਹੜੀ ਪਤਨੀ ਇਸ਼ਰਾ ਸੀ, ਉਹਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ ਸੀ। ਔਰ ਪੰਡਤ ਦੇ ਕਹਿਣ 'ਤੇ, ਜੋਤਸ਼ੀਆਂ ਦੇ ਕਹਿਣ ਦੇ ਉੱਪਰ ਜਿਹੜਾ ਆ ਉਹ ਬਹੁਤ ਮਤਲਬ ਕਿ 12 ਸਾਲ ਜਿਹੜਾ ਆ ਉਹ 12 ਵਰ੍ਹੇ ਸਲਮਾਨ ਜਿਹੜਾ ਸੀ ਉਹ ਆਪਣੇ ਪੁੱਤਰ ਨੂੰ ਦੇਖ ਨਹੀਂ ਸਕਿਆ, ਔਰ ਉਹਨੂੰ ਭੋਰੇ ਵਿੱਚ ਰੱਖਣ ਦਾ ਆਦੇਸ਼ ਦਿੱਤਾ ਸੀ। ਜਦੋਂ 12 ਸਾਲਾਂ ਬਾਅਦ ਭੋਰੇ ਤੋਂ ਬਾਹਰ ਨਿਕਲ ਕੇ ਪੂਰਨ ਆਇਆ ਅਤੇ ਉਸ ਰਾਜੇ ਦੇ ਕਹਿਣ 'ਤੇ ਉਹ ਆਪਣੀ ਮਾਂ ਜਿਹੜੀ ਹੈ ਲੂਣਾ ਨੂੰ ਮਿਲਣ ਜਾਂਦਾ ਆ। ਲੂਣਾ ਜਿਹੜੀ ਹੈ ਪੂਰਨ ਦੀ ਖੂਬਸੂਰਤੀ ਵੇਖ ਕੇ, ਉਹਦੀ ਮਤਲਬ ਸੁੰਦਰਤਾ ਵੇਖ ਕੇ ਉੱਤੇ ਮੋਹਿਤ ਹੋ ਜਾਂਦੀ ਹੈ। ਪਰ ਪੂਰਨ ਜਿਹੜਾ ਆ ਉਹ ਉੱਤੇ ਆਸ਼ੀਰਵਾਦ ਹੀ ਲੈਣ ਆਇਆ ਹੁੰਦਾ ਹੈ, ਕਿਉਂਕਿ ਜਿਹੜੀ ਪੂਰਨ ਭਗਤ ਕਥਾ ਆ ਨਾ, ਉਹ ਅਸਲ ਦੇ ਵਿੱਚ ਜਿਹੜੀ ਹੈ ਉਹ ਇਹਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ? ਇਹਦੇ ਵਿੱਚ ਮਤਲਬ ਉੱਚੇ ਸੁੱਚੇ ਸੰਜਮੀ ਮੋਹ ਮਾਇਆ ਤੋਂ ਨਿਰਲੇਪ ਜੀਵਨ ਵਿੱਚ ਵਿਸ਼ਵਾਸ ਪ੍ਰਗਟਾਉਂਦੀ ਇਹ ਕਥਾ ਆ। ਪੂਰਨ ਭਗਤ ਬੜੇ ਉੱਚੇ ਸੁੱਚੇ ਕਿਰਦਾਰ ਦਾ, ਸੰਜਮੀ ਅਤੇ ਮੋਹ ਮਾਇਆ ਤੋਂ ਦੂਰ ਜਿਹੜਾ ਆ ਉਹ ਇੱਕ ਭਗਤ ਕਹਿਲਾਇਆ ਆ। ਸੋ ਉਹ ਬੜਾ ਸ਼ੁੱਧ ਸੀ, ਪਰ ਇਸ਼ਾ ਜਿਹੜੀ ਲੂਣਾ ਸੀ ਉਹਦਾ ਮੋਹਿਤ ਹੋ ਜਾਂਦੀ ਹੈ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਜਦੋਂ ਪੂਰਨ ਭਗਤ ਉਹਦੀ ਜਿਹੜੀਆਂ ਉਹਦੀਆਂ ਗੱਲਾਂ ਵਿੱਚ ਨਹੀਂ ਆਉਂਦਾ, ਜਾਂ ਉਹਨੂੰ ਜਿਹੜਾ ਉਹਦਾ ਛੱਡ ਕੇ ਚਲਾ ਜਾਂਦਾ ਉੱਥੋਂ, ਪਰ ਉਹਨੂੰ ਫਿਰ ਲੂਣਾ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ। ਕੀ ਕਰਦੀ ਹੈ? ਆਪਣੇ ਕੱਪੜੇ ਵਗੈਰਾ ਪਾੜ ਲੈਂਦੀ ਹੈ, ਆਪਣਾ ਮੰਦਾ ਹਾਲ ਕਰ ਲੈਂਦੀ ਹੈ। ਅਤੇ ਰਾਜਾ ਸਲਵਾਨ ਨੂੰ ਜਦੋਂ ਪੁੱਛਦਾ ਹੈ ਤਾਂ ਦੱਸਦੀ ਹੈ ਕਿ ਜਿਹੜਾ ਆ ਉਹ ਪੂਰਨ ਉਹਦੀ ਸੁੰਦਰਤਾ 'ਤੇ ਮੋਹਿਤ ਹੋ ਗਿਆ ਅਤੇ ਉਹਨੇ ਉਹਦੇ ਨਾਲ ਜਿਹੜਾ ਗਲਤ ਵਿਵਹਾਰ ਕੀਤਾ ਆ। ਇਹ ਚੀਜ਼ ਸੁਣ ਕੇ ਰਾਜਾ ਗੁੱਸੇ ਵਿੱਚ ਆਉਂਦਾ ਹੈ ਅਤੇ ਉਹ ਆਪਣੇ ਅਹਿਲਕਾਰਾਂ ਨੂੰ ਕਹਿ ਕੇ ਜਿਹੜਾ ਨਿਰਦੋਸ਼ ਪੂਰਨ ਨੂੰ ਜਿਹੜਾ ਉਹ ਮਾਰ ਦੇਣ ਦਾ ਹੁਕਮ ਦਿੰਦਾ ਹੈ। ਪਰ ਉਹ ਜਿਹੜੇ ਜਲਾਦ ਨੇ ਉਹ ਕੀ ਕਰਦੇ ਨੇ? ਪੂਰਨ ਦੇ ਹੱਥ ਪੈਰ ਕੱਟ ਕੇ ਉਹਨੂੰ ਖੂਹ ਵਿੱਚ ਸੁੱਟ ਦਿੰਦੇ ਨੇ। ਰਾਜੇ ਦੀ ਸੰਤੁਸ਼ਟੀ ਲਈ ਜਿਹੜਾ ਪੂਰਨ ਕੱਪੜੇ ਜਿਹੜੇ ਨੇ ਲਹੂ ਨਹਾਣ ਲਿਬੜੇ ਜਿਹੜੇ ਨੇ ਉਹ ਜਲਾਦ ਦਿਖਾ ਦਿੰਦੇ ਨੇ। ਸਵੱਬ ਨਾਲ ਜਿਹੜਾ ਰਾਹੋਂ ਜੋਗੀ ਗੋਰਖ ਜਾ ਰਿਹਾ ਹੁੰਦਾ ਹੈ, ਜਿਹੜੇ ਖੂਹ ਵਿੱਚ ਪੂਰਨ ਨੂੰ ਸੁੱਟਿਆ ਹੁੰਦਾ, ਉੱਥੋਂ ਗੋਰਖ ਲੰਘਦਾ ਆ। ਗੋਰਖ
ਗੋਰਖ ਜਿਹੜਾ ਆ ਉਹ ਜੋਗ ਮਤ ਦਾ ਪ੍ਰਮੁੱਖ ਜਿਹੜਾ ਆ ਉਹ ਹੁੰਦਾ ਆ ਜਿਹੜਾ ਆ ਪੈਰੋਕਾਰ ਹੁੰਦਾ ਆ। ਸੋ ਉਹ ਕੀ ਕਰਦਾ ਹੈ, ਉਹ ਹਾਏ ਹਾਏ ਦੀ ਆਵਾਜ਼ ਸੁਣ ਕੇ ਪੂਰਨ ਨੂੰ ਜਿਹੜਾ ਬਾਹਰ ਕੱਢਦਾ ਆ, ਪਰ ਇੱਕ ਸ਼ਰਤ ਰੱਖਦਾ ਹੈ ਕਿ ਜੇ ਉਹ ਪਤਲੀ ਜਿਹੜੀ ਹੈ ਡੋਰੀ ਨੂੰ ਫੜ ਕੇ, ਧਾਗੇ ਨੂੰ ਫੜ ਕੇ ਜਿਹੜਾ ਆ ਉਹ ਬਾਹਰ ਆ ਜਾਵੇ, ਸੂਤ ਦੇ ਧਾਗੇ ਨੂੰ ਫੜ ਕੇ ਬਾਹਰ ਆ ਜਾਵੇ, ਤਾਂ ਜਿਹੜਾ ਉਹਨੂੰ ਮਤਲਬ ਜੇ ਉਹ ਸੱਚਾ ਆ ਤੇ ਉਹ ਧਾਗੇ ਨੂੰ ਫੜ ਕੇ ਬਾਹਰ ਆ ਜਾਵੇ। ਪੂਰਨ ਫੜ ਕੇ ਧਾਗੇ ਨੂੰ ਬਾਹਰ ਆ ਜਾਂਦਾ ਆ। ਉਹਦਾ ਜੱਤ ਸੱਤ ਵੇਖ ਕੇ ਗੋਰਖ ਜਿਹੜਾ ਉਹਨੂੰ ਆਪਣਾ ਚੇਲੇ ਦੇ ਰੂਪ ਵਿੱਚ ਅਪਣਾ ਲੈਂਦਾ, ਉਹਦੇ ਸਿਰ 'ਤੇ ਹੱਥ ਰੱਖਦਾ ਹੈ, ਸਾਰਾ ਜ਼ਖਮ ਜ਼ੁਖਮ ਉਹਦੇ ਦੂਰ ਕਰ ਦਿੰਦਾ, 9 ਕਰ ਦਿੰਦਾ। ਉਸ ਤੋਂ ਬਾਅਦ ਜੋਗੀ ਪੂਰਨ ਜਿਹੜਾ ਆ ਉਹ ਜੋਗਮਾਤ ਧਾਰਨ ਕਰਕੇ ਜੋਗੀ ਬਣ ਜਾਂਦਾ ਔਰ ਜਗ੍ਹਾ ਜਗ੍ਹਾ 'ਤੇ ਜਾ ਕੇ ਭਿੱਖਿਆ ਜਿਹੜੀ ਉਹ ਮੰਗਦਾ ਆ। ਇੱਕ ਵਾਰ ਉਹ ਰਾਣੀ ਸੁੰਦਰਾਂ ਦੇ ਮਹਿਲ ਵਿੱਚ ਪਹੁੰਚਦਾ ਹੈ। ਸੁੰਦਰਾਂ ਉਸਦੀ ਖੂਬਸੂਰਤੀ ਨੂੰ ਵੇਖ ਕੇ ਉੱਤੇ ਮੋਹਿਤ ਹੁੰਦੀ ਹੈ, ਉਹਦੇ ਡੁੱਲ ਜਾਂਦੀ ਹੈ ਅਤੇ ਉਹਨੂੰ ਬਹੁਤ ਸਾਰੇ ਜਿਹੜੇ ਨੇ ਉਹ ਸੁੰਦਰ ਮੋਤੀਆਂ ਦੇ ਨਾਲ ਉਹਦਾ ਥਾਲ ਭਰ ਦਿੰਦੀ ਹੈ। ਔਰ ਪੂਰਨ ਥਾਲ ਲੈ ਕੇ ਗੋਰਖ ਕੋਲ ਪਹੁੰਚਦਾ ਆ ਅਤੇ ਗੋਰਖ ਦੇ ਅੱਗੇ ਢੇਰ ਕਰ ਦਿੰਦਾ। ਗੋਰਖ ਕਹਿੰਦਾ ਕਿ ਅਸੀਂ ਮੋਤੀ ਕੀ ਕਰਨੇ ਆ, ਸਾਨੂੰ ਭੋਜਨ ਚਾਹੀਦਾ ਹੈ। ਪੂਰਨ ਫਿਰ ਵਾਪਸ ਸੁੰਦਰਾਂ ਦੇ ਮਹਿਲ ਜਾਂਦਾ ਹੈ ਅਤੇ ਉਹਨੂੰ ਕਹਿੰਦਾ ਕਿ ਮੈਨੂੰ ਭੋਜਨ ਚਾਹੀਦਾ ਹੈ। ਸੁੰਦਰਾਂ ਬੜੀ ਸੋਹਣੇ ਪਕਵਾਨ ਪਕਾ ਕੇ ਜੋਗੀ ਗੋਰਖ ਨੂੰ ਖਵਾਉਂਦੀ ਹੈ। ਉਹਦੀ ਸ਼ਰਧਾ ਵੇਖ ਕੇ ਗੋਰਖਨਾਥ ਉਹਨੂੰ ਕਹਿੰਦਾ ਕਿ ਕੁਝ ਮੰਗ, ਅਤੇ ਉਹ ਪੂਰਨ ਨੂੰ ਮੰਗ ਲੈਂਦੀ ਹੈ। ਜੋਗੀ ਜਿਹੜਾ ਆ ਉਹ ਗੋਰਖਨਾਥ ਪੂਰਨ ਨੂੰ ਜਿਹੜਾ ਆ ਸੁੰਦਰਾਂ ਦੇ ਨਾਲ ਜਾਣ ਲਈ ਕਹਿੰਦਾ ਆ, ਸੁੰਦਰਾਂ ਦੇ ਨਾਲ ਗ੍ਰਹਿਸਥ ਧਾਰਨ ਕਰਨ ਵਾਸਤੇ ਕਹਿੰਦਾ, ਪਰ ਪੂਰਨ ਜਿਹੜਾ ਉਦਾਸ ਹੋ ਜਾਂਦਾ ਹੈ ਅਤੇ ਇਹ ਚੀਜ਼ ਵੇਖ ਕੇ ਜਿਹੜੀ ਸੁੰਦਰਾਂ ਆ ਉਹ ਉਹਨੂੰ ਛੱਡ ਦਿੰਦੀ ਹੈ, ਉਹ ਮੁਕਤ ਕਰ ਦਿੰਦੀ ਹੈ, ਆਜ਼ਾਦ ਕਰ ਦਿੰਦੀ ਹੈ। ਫਿਰ ਗੋਰਖਨਾਥ ਜਿਹੜਾ ਪੂਰਨ ਹੈ ਉਹ ਗੋਰਖਨਾਥ ਦੇ ਸਮੇਂ ਜਿਹੜਾ ਉਹ ਉਹਦੇ ਕੋਲ ਮਤਲਬ ਆ ਜਾਂਦਾ ਹੈ। ਕੁਝ ਸਮਾਂ ਬੀਤਣ ਤੋਂ ਬਾਅਦ ਇੱਕ ਵਾਰੀ ਫਿਰ ਜਿਹੜਾ ਜੋਗੀ ਪੂਰਨ ਹੈ ਉਹ ਸਿਆਲਕੋਟ ਵਿੱਚ ਪਹੁੰਚਦਾ, ਉਸੇ ਜਗ੍ਹਾ ਪਹੁੰਚਦਾ ਜਿਹੜਾ ਉਹਦਾ ਜਨਮ ਸਥਾਨ ਹੁੰਦਾ ਆ। ਔਰ ਉੱਥੇ ਬੜੀ ਮੰਨਤਾ ਹੁੰਦੀ ਹੈ ਕਿ ਕੋਈ ਜੋਗੀ ਆਇਆ ਆ, ਠੀਕ ਹੈ। ਔਰ ਉਸ ਸਮੇਂ ਇਸ਼ਰਾ ਜਿਹੜੀ ਰੋ ਕੇ ਜਿਹੜੀ ਇੰਨੀ ਹੋ ਚੁੱਕੀ ਹੁੰਦੀ ਹੈ ਅਤੇ ਜਿਹੜਾ ਆ ਰਾਜਾ ਸਲਵਾਨ ਹੈ ਉਹਦੇ ਘਰ ਕੋਈ ਪੁੱਤਰ ਨਹੀਂ ਹੁੰਦਾ। ਲੂਣਾ ਜਿਹੜੀ ਹੈ ਉਹ ਔਲਾਦ ਦੀ ਮੰਗ ਵਾਸਤੇ ਉੱਥੇ ਆਉਂਦੀ ਹੈ। ਔਰ ਇਸ਼ਰਾ ਜਦੋਂ ਉੱਥੇ ਪਹੁੰਚਦੀ ਹੈ ਅਤੇ ਜਿਹੜਾ ਪੂਰਨ ਭਗਤ ਹੈ ਉਹਦੇ ਅੱਖਾਂ ਸਿਰ 'ਤੇ ਹੱਥ ਫੇਰ ਕੇ ਉਹਦੀਆਂ ਅੱਖਾਂ ਠੀਕ ਕਰ ਦਿੰਦਾ। ਰਾਜਾ ਸਲਵਾਨ ਅਤੇ ਲੂਣਾ ਜਦੋਂ ਪੁੱਤਰ ਦੀ ਮੰਗ ਕਰਦੇ ਤਾਂ ਉਹ ਕਹਿੰਦਾ ਕਿ ਪੁੱਤਰ ਤਾਂ ਤੁਹਾਨੂੰ ਦਿੱਤਾ ਸੀ, ਪਰ ਤੁਸੀਂ ਜਿਹੜਾ ਇਸ ਤਰ੍ਹਾਂ ਕੀਤਾ। ਫਿਰ ਜਦੋਂ ਸਾਰੀ ਸੱਚਾਈ ਦਾ ਪਤਾ ਲੱਗਦਾ ਹੈ ਅਤੇ ਜਿਹੜਾ ਆ ਉਹ ਰਾਜਾ ਸਲਵਾਨ ਤਲਵਾਰ ਕੱਢ ਕੇ ਉਹਨੂੰ ਮਤਲਬ ਮਾਰਨ ਲੱਗਦਾ ਹੈ ਅਤੇ ਉਹ ਜਿਹੜਾ ਆ ਉਹਨੂੰ ਮਤਲਬ ਬਖਸ਼ ਦਿੰਦਾ ਹੈ ਪੂਰਨ। ਇਹਦੇ ਵਿੱਚ ਇਹ ਗੱਲ ਨਹੀਂ ਲਿਖੀ, ਪਰ ਬਹੁਤ ਸਾਰੀਆਂ ਕਥਾਵਾਂ ਦੇ ਵਿੱਚ ਜਿਹੜੀ ਇਹ ਗੱਲ ਆਉਂਦੀ ਹੈ। ਫਿਰ ਉਸ ਤੋਂ ਬਾਅਦ ਜਿਹੜਾ ਆ ਉਹ ਪੂਰਨ ਭਗਤ ਜਿਹੜਾ ਆ ਇੱਕ ਚੌਲ ਦਾ ਦਾਣਾ ਦਿੰਦਾ ਅਤੇ ਉਹਨੂੰ ਲੂਣਾ ਨੂੰ ਜਿਹੜਾ ਖਾਣ ਵਾਸਤੇ ਕਹਿੰਦਾ ਹੈ। ਅਤੇ ਫਿਰ ਕਹਿੰਦਾ ਕਿ ਤੁਹਾਡੇ ਘਰ ਬੜਾ ਜਿਹੜਾ ਆ ਉਹ ਰਾਜਾ ਰਸਾਲੂ ਨਾਂ ਦਾ ਮਸ਼ਹੂਰ ਮਹਾਬਲੀ ਜਿਹੜਾ ਉਹ ਪੈਦਾ ਹੋਏਗਾ। ਔਰ ਇਸ ਮੁਲਾਕਾਤ ਦੌਰਾਨ ਪੂਰਨ ਭਗਤ ਜਿਹੜਾ ਆ ਉਹਨੂੰ ਰਾਜਾ ਸਲਵਾਨ ਨੂੰ ਪਤਾ ਲੱਗਦਾ ਇਹ ਮੇਰਾ ਹੀ ਪੁੱਤਰ ਹੈ ਪੂਰਨ ਭਗਤ, ਅਤੇ ਮੈਂ ਜਿਹੜਾ ਬਹੁਤ ਗਲਤ ਕੀਤਾ ਸੀ। ਲੂਣਾ ਵੀ ਆਪਣਾ ਗੁਨਾਹ ਜਦੋਂ ਕਬੂਲ ਕਰ ਲੈਂਦੀ ਹੈ, ਫਿਰ ਜਿਹੜਾ ਆ ਸਲਵਾਨ ਰਾਜਾ ਪੂਰਨ ਭਗਤ ਨੂੰ ਆਪਣਾ ਰਾਜ ਸੰਭਾਲਣ ਲਈ ਕਹਿੰਦਾ ਹੈ, ਪਰ ਪੂਰਨ ਨਹੀਂ ਮੰਨਦਾ ਔਰ ਕਹਿੰਦਾ ਹੈ ਕਿ ਜੋਗੀ ਜਿਹੜੇ ਨੇ ਉਹ ਮਤਲਬ ਹੁਣ ਉਹ ਮੋਹ ਮਾਇਆ ਤੋਂ ਬਹੁਤ ਨਿਰਲੇਪ ਹੈ, ਹੁਣ ਉਸਨੂੰ ਇਹੋ ਜਿਹੀ ਕੋਈ ਚੀਜ਼ ਦਾ ਮੋਹ ਨਹੀਂ ਹੈਗਾ। ਮੈਂ ਹੁਣ ਤਿਆਗੀ ਹਾਂ, ਮਾਇਆ ਦੇ ਬੰਧਨ ਕਹਿੰਦੇ ਮੈਨੂੰ ਮੋਹ ਨਹੀਂ ਸਕਦਾ। ਸੋ ਇਸ ਕਰਕੇ ਲਾਸਟ 'ਤੇ ਜੋਗੀ ਉਹਨੂੰ ਕਹਿੰਦਾ ਹੈ ਜੋਗੀ ਚੱਲਦੇ ਭਲੇ ਅਤੇ ਨਗਰ ਵਾਸਦੇ ਭਲੇ। ਸੋ ਇਸ ਪ੍ਰਕਾਰ ਦੇ ਨਾਲ ਇਸ ਦੰਤ ਕਥਾ ਵਿੱਚ ਬਹੁਤ ਸਾਰਾ ਕੁਝ ਮਿਥਿਆ ਵੀ ਜੁੜਿਆ ਹੋਇਆ ਹੈ, ਪਰ ਅਸਲ ਦੇ ਵਿੱਚ ਇਹ ਇਤਿਹਾਸਿਕ ਘਟਨਾ ਆ। ਔਰ ਇਹਦੇ ਵਿੱਚ ਉੱਚੇ ਸੁੱਚੇ ਜਿਹੜਾ ਆ ਉਹ ਕਰੈਕਟਰ ਨੂੰ ਪੇਸ਼ ਕੀਤਾ ਗਿਆ, ਸੰਜਮੀ ਅਤੇ ਮੋਹ ਮਾਇਆ ਤੋਂ ਦੂਰ ਜੀਵਨ ਦੇ ਵਿਸ਼ਵਾਸ ਨੂੰ ਜਿਹੜਾ ਉਹ ਪ੍ਰਗਟਾਇਆ ਗਿਆ। ਉਮੀਦ ਹੈ ਸਮਝ ਲੱਗੀ ਹੋਏਗੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।